7ਵੀਂ ਸ਼੍ਰੇਣੀ ਵਿੱਚ ਪੜ੍ਹ ਰਹੇ ਵਿਦਿਆਰਥੀਆਂ ਦਾ ਨਿੱਘਾ ਸਵਾਗਤ ਕਰਦੀ ਹਾਂ। ਜੀ ਆਇਆਂ ਨੂੰ ਵਿਦਿਆਰਥੀਓ। ਨਵੀਂ ਉਡਾਨ ਪੰਜਾਬੀ ਪਾਠ ਪੁਸਤਕ ਦਾ ਪਾਠ ਨੰਬਰ 2 ਪੜ੍ਹਨ ਜਾ ਰਹੇ ਹਾਂ। ਹੁਨਰ ਦਾ ਮੁੱਲ, ਜੋ ਕਿ ਪੰਨਾ ਨੰਬਰ 14 ਦੇ ਉੱਤੇ ਹੈ। ਸੋ ਖੋਲ੍ਹਦੇ ਹਾਂ ਪੁਸਤਕਾਂ ਤੇ ਸ਼ੁਰੂ ਕਰਦੇ ਹਾਂ ਪਾਠ ਨੰਬਰ 2, ਹੁਨਰ ਦਾ ਮੁੱਲ। ਹੁਨਰ ਹੁੰਦਾ ਕੀ ਹੈ ਤੇ ਮੁੱਲ ਦਾ ਮਤਲਬ ਕੀ ਹੈ? ਮੁੱਲ ਦਾ ਮਤਲਬ ਕੀਮਤ। ਤੁਸੀਂ ਕੋਈ ਚੀਜ਼ ਖਰੀਦਦੇ ਹੋ, ਤੁਹਾਨੂੰ ਕੋਈ ਚੀਜ਼ ਚੰਗੀ ਲੱਗਦੀ ਹੈ ਜਾਂ ਤੁਹਾਨੂੰ ਲੋੜ ਹੈ ਕਿਸੇ ਚੀਜ਼ ਦੀ, ਤੁਸੀਂ ਦੁਕਾਨ ਦੇ ਉੱਪਰ ਜਾਂਦੇ ਹੋ ਤੇ ਤੁਸੀਂ ਉਹਦੀ ਕੀਮਤ ਅਦਾ ਕਰਦੇ ਹੋ ਤੇ ਤੁਹਾਨੂੰ ਉਹ ਚੀਜ਼ ਮੁੱਲ ਮਿਲਦੀ ਹੈ, ਮੁੱਲ ਦੇਣਾ ਪੈਂਦਾ ਹੈ। ਸੋ ਫਿਰ ਉਹ ਚੀਜ਼ ਤੁਹਾਡੀ ਹੁੰਦੀ ਹੈ। ਹੁਣ ਹੁਨਰ ਦਾ ਮੁੱਲ ਪਾਠ ਦਾ ਨਾਮ ਹੈ। ਹੁਨਰ ਕੀ ਹੈ? ਹੁਨਰ ਹੈ ਕੋਈ ਆਰਟ, ਕੋਈ ਕਲਾ, ਕੌਸ਼ਲ, ਕਿਸੇ ਕੰਮ ਨੂੰ ਕਰਨ ਦਾ ਢੰਗ, ਤਰੀਕਾ। ਤੁਹਾਡੇ ਚੋਂ ਬਹੁਤ ਸਾਰੇ ਵਿਦਿਆਰਥੀ ਅਜਿਹੇ ਹੋਣਗੇ ਜਿਨ੍ਹਾਂ ਦੇ ਵਿੱਚ ਕੋਈ ਨਾ ਕੋਈ ਹੁਨਰ ਜ਼ਰੂਰ ਹੋਵੇਗਾ। ਆਪਣੇ ਹੱਥਾਂ ਨਾਲ ਕੁਝ ਨਾ ਕੁਝ ਕੰਮ ਕਰਨਾ ਆਉਂਦਾ ਹੋਵੇਗਾ। ਸੋ ਹੱਥਾਂ ਨਾਲ ਕੰਮ ਕਰਨਾ ਹੁਨਰ ਹੈ, ਕਲਾ, ਕੌਸ਼ਲ। ਹੁਣ ਜੇ ਕਿਸੇ ਦੀ ਆਵਾਜ਼ ਚੰਗੀ ਹੈ ਤੇ ਕੋਈ ਸੋਹਣਾ ਗਾ ਲੈਂਦਾ ਹੈ, ਉਹ ਵੀ ਉਹਦਾ ਹੁਨਰ ਹੈ, ਕਲਾ ਹੈ ਉਹਦੀ। ਕੋਈ ਨੱਚ ਸੋਹਣਾ ਲੈਂਦਾ ਹੈ ਤੇ ਉਹ ਵੀ ਕਲਾ ਹੈ, ਆਰਟ ਹੈ ਨਾ। ਕਿਸੇ ਨੂੰ ਕੋਈ ਖਾਣਾ ਬਣਾਉਣਾ ਚੰਗਾ ਆਉਂਦਾ ਹੈ ਤੇ ਉਹ ਵੀ ਹੁਨਰ ਹੈ, ਆਰਟ ਹੈ। ਕਿਸੇ ਨੂੰ ਸਿਲਾਈ ਦਾ ਕੰਮ ਆਉਂਦਾ ਹੈ, ਕਿਸੇ ਨੂੰ ਕਢਾਈ ਦਾ ਕੰਮ ਆਉਂਦਾ ਹੈ। ਕੋਈ ਸਿਲਾਈਆਂ ਦੇ ਨਾਲ ਬੁਣਤੀ ਅੱਛੀ ਪਾ ਕੇ, ਚੰਗੀ ਬੁਣਤੀ ਪਾ ਕੇ ਉਣ ਲੈਂਦਾ ਹੈ, ਕੁਝ ਨਾ ਕੁਝ ਕਰੋਸ਼ੀਏ ਨਾਲ ਬਣਾ ਲੈਂਦਾ ਹੈ ਤੇ ਹੁਨਰ ਹੈ ਉਹਦੇ ਅੰਦਰ। ਤੁਸੀਂ ਦੇਖੋਗੇ ਤੁਹਾਡੇ ਵੱਡੇ ਵਡੇਰੇ ਦਰੀਆਂ ਬਣਾਉਂਦੇ ਸਨ, ਮੰਜੇ ਬਣਾਉਂਦੇ ਹੁੰਦੇ ਸਨ, ਉਹ ਹੁਨਰ ਹੈ ਉਹਨਾਂ ਦੇ ਵਿੱਚ, ਕਲਾ ਹੈ। ਸੋ ਹੁਨਰ ਦਾ ਮੁੱਲ ਕੀ ਹੈ ਕਿ ਜਦੋਂ ਸਾਡੇ ਵਿੱਚ ਕੋਈ ਕੌਸ਼ਲ ਹੋਵੇ, ਅਜਿਹੀ ਕਲਾ ਹੋਵੇ, ਸਾਨੂੰ ਕੋਈ ਕੰਮ ਹੱਥੀਂ ਕਰਨਾ ਆਉਂਦਾ ਹੋਵੇ ਤੇ ਸੋਹਣੇ ਤਰੀਕੇ ਨਾਲ ਆਉਂਦਾ ਹੋਵੇ ਤੇ ਉਹਦਾ ਮੁੱਲ ਜ਼ਰੂਰ ਪੈਂਦਾ ਹੈ। ਭਾਵ ਉਹਦਾ ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਕਦੇ ਨਾ ਕਦੇ ਉਹਦਾ ਲਾਭ ਜ਼ਰੂਰ ਹੁੰਦਾ ਹੈ, ਕਦੀ ਉਹਦਾ ਨੁਕਸਾਨ ਨਹੀਂ ਹੁੰਦਾ। ਜੇ ਤੁਸੀਂ ਕੋਈ ਕਾਰਜ ਸਿੱਖ ਲਵੋਗੇ, ਕੰਮ ਸਿੱਖੋਗੇ ਤੇ ਉਸ ਸਿੱਖੇ ਕੰਮ ਦਾ ਤੁਹਾਨੂੰ ਕਦੀ ਵੀ ਕੋਈ ਨੁਕਸਾਨ ਨਹੀਂ ਹੋਏਗਾ। ਹਾਂ, ਫਾਇਦਾ ਜ਼ਰੂਰ ਹੋਏਗਾ। ਹੁਣ ਵਿਚਾਰ ਚਰਚਾ ਵਿੱਚ ਕੀ ਕਹਿ ਰਹੇ ਨੇ ਕਿ ਜਦੋਂ ਆਖਦੇ ਹਾਂ ਕਿ ਹਰ ਇੱਕ ਨੂੰ ਹੁਨਰਮੰਦ ਹੋਣਾ ਚਾਹੀਦਾ ਹੈ ਤਾਂ ਇਸ ਦਾ ਕੀ ਭਾਵ ਹੈ? ਇਸ ਦਾ ਭਾਵ ਕੀ ਹੈ ਕਿ ਸਾਨੂੰ ਜਦੋਂ ਅਸੀਂ ਹੁਨਰਮੰਦ ਹੋਵਾਂਗੇ, ਸਾਨੂੰ ਕੋਈ ਕਲਾ ਆਉਂਦੀ ਹੋਏਗੀ ਤੇ ਸਾਡਾ ਉਹਦੇ ਨਾਲ ਫਾਇਦਾ ਹੀ ਹੋਵੇਗਾ। ਅਸੀਂ ਜ਼ਿੰਦਗੀ ਦੇ ਵਿੱਚ ਕਦੀ ਖਤਾ ਨਹੀਂ ਖਾਵਾਂਗੇ। ਹੁਨਰ ਕੀ ਹੁੰਦਾ ਹੈ ਮੈਂ ਪਹਿਲਾਂ ਦੱਸ ਚੁੱਕੀ ਹਾਂ, ਕਲਾ ਹੈ। ਹੁਣ ਤੁਸੀਂ ਕੋਈ ਹੁਨਰ ਜਾਣਦੇ ਹੋ ਜਾਂ ਨਹੀਂ, ਇਹ ਤੁਸੀਂ ਬਿਹਤਰ ਜਾਣਦੇ ਹੋ। ਜੇ ਨਹੀਂ ਜਾਣਦੇ ਤੇ ਫਿਰ ਸਿੱਖੋ। ਹੁਨਰ ਕਿਸ ਕੋਲ ਹੁੰਦਾ ਹੈ? ਜਿਹੜਾ ਮਿਹਨਤ ਵਿੱਚ ਵਿਸ਼ਵਾਸ ਰੱਖਦਾ ਹੈ, ਜਿਹਨੂੰ ਸਿੱਖਣ ਦੀ ਚਾਹਤ ਹੁੰਦੀ ਹੈ, ਉਹਦੇ ਵਿੱਚ ਕੋਈ ਨਾ ਕੋਈ ਹੁਨਰ ਆ ਜਾਂਦਾ ਹੈ। ਕੀ ਇਸ ਦੀ ਲੋੜ ਸਿਰਫ ਗਰੀਬਾਂ ਨੂੰ ਹੀ ਪੈਂਦੀ ਹੈ? ਬਿਲਕੁਲ ਨਹੀਂ, ਇਸ ਦੀ ਲੋੜ ਸਭ ਨੂੰ ਪੈਂਦੀ ਹੈ। ਸਾਡੇ ਅੰਦਰ ਅਗਰ ਕੋਈ ਕਲਾ ਹੈ, ਸਾਨੂੰ ਕੋਈ ਕੰਮ ਕਰਨਾ ਆਉਂਦਾ ਹੈ, ਚਾਹੇ ਅਸੀਂ ਅਮੀਰ ਹਾਂ, ਗਰੀਬ ਹਾਂ, ਵੱਡੇ ਹਾਂ, ਛੋਟੇ ਹਾਂ, ਸਾਨੂੰ ਆਉਣ ਵਾਲੇ ਸਮੇਂ ਦੇ ਵਿੱਚ ਉਹਦਾ ਲਾਭ ਹੀ ਹੋਏਗਾ। ਕੀ ਧਨਵਾਨ ਵਿਅਕਤੀ ਨੂੰ ਹੁਨਰਮੰਦ ਹੋਣ ਦੀ ਕੋਈ ਲੋੜ ਨਹੀਂ? ਧਨਵਾਨ ਨੂੰ ਵੀ ਬਿਲਕੁਲ ਲੋੜ ਹੈ, ਕਿਉਂਕਿ ਜ਼ਿੰਦਗੀ ਦੇ ਵਿੱਚ ਕਦੀ ਨਹੀਂ ਪਤਾ ਹੁੰਦਾ ਸਾਨੂੰ ਕਿ ਸਾਡੇ ਕੋਲ ਧਨ ਹੈ ਜਿਹੜਾ ਉਹ ਕਿੰਨਾ ਚਿਰ ਹੈ। ਕਿਉਂਕਿ ਕਹਿੰਦੇ ਨੇ ਪੈਸਾ ਬਨੇਰੇ ਦਾ ਕਾਂ ਹੈ, ਕਦੀ ਕਿਸੇ ਬਨੇਰੇ ਦੇ ਉੱਤੇ ਬੈਠ ਜਾਂਦਾ ਹੈ, ਕਦੀ ਕਿਸੇ ਤੇ। ਸੋ ਪੈਸਾ ਕਦੋਂ ਸਾਡੇ ਕੋਲ ਵੱਧ ਹੋਣਾ ਹੈ, ਕਦੋਂ ਘਾਟਾ ਪੈ ਜਾਣਾ ਹੈ, ਸਾਨੂੰ ਨਹੀਂ ਪਤਾ। ਕੀ ਹੁਨਰ ਦਾ ਸੰਬੰਧ ਧਨ ਨਾਲ ਹੈ? ਇਹ ਵੀ ਬਿਲਕੁਲ ਨਹੀਂ, ਹੁਨਰ ਦਾ ਸੰਬੰਧ ਧਨ ਨਾਲ ਨਹੀਂ ਹੈ। ਹਾਂ, ਧਨ ਕਮਾਇਆ ਜ਼ਰੂਰ ਜਾ ਸਕਦਾ ਹੈ ਹੁਨਰ ਤੋਂ, ਪਰ ਸਿਰਫ ਇਹਦਾ ਸੰਬੰਧ ਧਨ ਨਾਲ ਨਹੀਂ ਹੈ। ਇਹਦਾ ਮੁੱਲ ਬਹੁਤ ਥਾਵਾਂ ਦੇ ਉੱਪਰ ਪੈਂਦਾ। ਪਾਠ ਨੂੰ ਪੜ੍ਹਦੇ ਹਾਂ ਤੇ ਇਸ ਹੁਨਰ ਸੰਬੰਧੀ ਵਧੇਰੇ ਜਾਣਕਾਰੀ ਹਾਸਲ ਕਰਾਂਗੇ। ਬਹੁਤ ਚੰਗਾ ਹੈ ਪਾਠ, ਬਹੁਤ ਸੋਹਣੀ ਕਹਾਣੀ ਹੈ, ਚੰਗੀ ਲੱਗੇਗੀ ਤੁਹਾਨੂੰ। ਕੀ ਤੁਹਾਨੂੰ ਕੋਈ ਹੱਥੀਂ ਕੰਮ ਕਰਨਾ ਆਉਂਦਾ ਹੈ? ਰਾਜਕੁਮਾਰੀ ਦਾ ਪ੍ਰਸ਼ਨ ਸੁਣ ਕੇ ਰਾਜਕੁਮਾਰ ਠਠੰਬਰ ਗਿਆ, ਹੈਰਾਨ ਹੋ ਗਿਆ। ਫਿਰ ਉਸਨੇ ਆਪਣੀ ਹੈਰਾਨੀ ਉੱਪਰ ਕਾਬੂ ਪਾਇਆ ਤੇ ਕਿਹਾ, ਮੈਨੂੰ ਕੀ ਲੋੜ ਹੈ ਹੱਥੀਂ ਕੰਮ ਕਰਨ ਦੀ? ਮੇਰੇ ਕੋਲ ਨੌਕਰਾਂ ਚਾਕਰਾਂ ਦੀ ਫੌਜ ਹੈ ਜੋ ਮੇਰੇ ਇੱਕ ਹੁਕਮ ਨਾਲ ਮੇਰਾ ਹਰ ਕੰਮ ਤੁਰਤ ਫੁਰਤ ਕਰਨ ਲਈ ਤਿਆਰ ਰਹਿੰਦੀ ਹੈ। ਰਾਜਕੁਮਾਰ ਕਹਿੰਦਾ ਪਹਿਲਾਂ ਤੇ ਹੈਰਾਨ ਹੋਇਆ, ਫਿਰ ਕਹਿੰਦਾ ਹੈ ਆਪਣੀ ਹੈਰਾਨੀ ਦੇ ਉੱਤੇ ਕਾਬੂ ਪਾਉਂਦਾ ਹੋਇਆ ਕਿ ਕਹਿਣ ਲੱਗਾ, ਕਹਿੰਦਾ ਮੈਨੂੰ ਕੋਈ ਲੋੜ ਨਹੀਂ ਹੱਥੀਂ ਕੰਮ ਕਰਨ ਦੀ।
क्यों? क्योंकि मेरे को बहुत नौकरचार ने, इन्ने नौकर चाकर ने, सेवादार ने, मेरे अहलकार ने ਜਿਹੜੇ ਮੇਰੇ ਅੱਗੇ ਪਿੱਛੇ ਘੁੰਮਦੇ ਨੇ। ਮੈਂ ਜਰਾ ਜਿੰਨਾ ਹੁਕਮ ਦੇਵਾਂ, ਇੱਕ ਚੁਟਕੀ ਮਾਰਾਂ ਤੇ ਫਟਾਫਟ ਮੇਰੇ ਹਰੇਕ ਕੰਮ ਨੂੰ ਕਰਨ ਲਈ ਤਿਆਰ ਹੋ ਜਾਂਦੇ ਨੇ, ਰੈਡੀ ਰਹਿੰਦੇ ਨੇ। ਰਾਜਕੁਮਾਰੀ ਨੇ ਰਾਜਕੁਮਾਰ ਦਾ ਜਵਾਬ ਸੁਣ ਕੇ ਕਿਹਾ, ਫਿਰ ਵੀ ਕੋਈ ਨਾ ਕੋਈ ਕੰਮ ਤੇ ਹੁੰਦਾ ਹੀ ਹੋਣਾ ਚਾਹੀਦਾ ਹੈ। ਰਾਜਕੁਮਾਰੀ ਫਿਰ ਵੀ ਕਹਿੰਦੀ ਵੀ ਕੋਈ ਨਾ ਕੋਈ ਕੰਮ ਤੇ ਹੁੰਦਾ ਹੀ ਹੋਣਾ ਚਾਹੀਦਾ ਨਾ, ਕੋਈ ਤਾਂ ਕੰਮ ਸਿੱਖਿਆ ਹੋਣਾ ਚਾਹੀਦਾ। ਮੈਨੂੰ ਕੋਈ ਕੰਮ ਨਹੀਂ ਹੁੰਦਾ, ਅੱਗੇ ਜਾ ਕੇ ਰਾਜਾ ਹੀ ਤਾਂ ਬਣਨਾ ਹੈ, ਸੋ ਰਾਜੇ ਦਾ ਕੰਮ ਮੈਂ ਸੰਭਾਲ ਲਵਾਂਗਾ। ਆਖਰ ਇੰਨਾ ਵੱਡਾ ਰਾਜ ਭਾਗ ਹੈ ਮੇਰੇ ਪਿਤਾ ਜੀ ਕੋਲ। ਕਹਿੰਦਾ ਮੈਨੂੰ ਨਹੀਂ ਕੋਈ ਕੰਮ ਹੁੰਦਾ, ਔਰ ਨਾ ਹੀ ਮੈਨੂੰ ਲੋੜ ਲੱਗਦੀ ਕਿ ਮੈਨੂੰ ਕੋਈ ਕੰਮ ਸਿੱਖਣਾ ਚਾਹੀਦਾ। ਕਾਰਨ ਕੀ ਹੈ ਕਿ ਮੈਂ ਕਹਿੰਦਾ ਹੁਣ ਜਦੋਂ ਵੱਡਾ ਹੋਣਾ ਮੈਂ ਰਾਜਾ ਹੀ ਬਣਨਾ, ਕਿਉਂਕਿ ਹੁਣ ਰਾਜਕੁਮਾਰ ਹਾਂ ਤੇ ਰਾਜਗੱਦੀ ਮੈਨੂੰ ਹੀ ਮਿਲਣੀ ਹੈ, ਮੈਂ ਹੀ ਵਾਰਿਸ ਹਾਂ। ਸੋ ਰਾਜੇ ਦਾ ਜਿਹੜਾ ਕੰਮ ਹੈ ਉਹ ਮੈਂ ਸੰਭਾਲ ਲਵਾਂਗਾ। ਕਹਿੰਦਾ ਉਹ ਮੈਨੂੰ ਪਤਾ ਹੈ। ਬਾਕੀ ਕਹਿੰਦਾ ਸਾਡਾ ਰਾਜ ਭਾਗ, ਹਕੂਮਤ ਜਿਹੜੀ ਰਾਜ ਦਾ ਪ੍ਰਬੰਧ ਹੈ ਜਿਹੜਾ ਕਰਨਾ, ਉਹ ਮੈਂ ਸਾਰਾ ਕੁਝ ਕਰ ਲਾਂਗਾ। ਇੰਨਾ ਵੱਡਾ ਰਾਜ ਭਾਗ ਹੈ, ਇੰਨੀ ਜਗ੍ਹਾ ਹੈ ਸਾਡਾ, ਇੰਨਾ ਇਲਾਕਾ ਹੈ ਸਾਡਾ, ਉਹਦਾ ਜੋ ਵੀ ਪ੍ਰਬੰਧ ਕਰਨਾ ਹੈ ਰਾਜ ਦਾ, ਉਹ ਜਿਵੇਂ ਮੇਰੇ ਪਿਤਾ ਜੀ ਕਰ ਰਹੇ ਨੇ ਮੈਂ ਵੀ ਕਰ ਲਵਾਂਗਾ। ਤਾਂ ਫਿਰ ਮੈਂ ਤੁਹਾਡੇ ਨਾਲ ਵਿਆਹ ਨਹੀਂ ਕਰਵਾ ਸਕਦੀ, ਮੇਰੇ ਨਾਲ ਵਿਆਹ ਕਰਨ ਬਾਰੇ ਸੋਚਣਾ ਹੀ ਛੱਡ ਦਿਓ, ਰਾਜਕੁਮਾਰੀ ਨੇ ਕਿਹਾ। ਹੁਣ ਰਾਜਕੁਮਾਰੀ ਨੇ ਕੋਰਾ ਜਵਾਬ ਦੇ ਦਿੱਤਾ ਹੈ। ਉਹਦਾ ਵਿਆਹ ਹੋਣਾ ਸੀ ਰਾਜਕੁਮਾਰ ਨਾਲ, ਪਰ ਉਹ ਕਹਿੰਦੀ ਵੀ ਫਿਰ ਮੈਂ ਨਹੀਂ ਵਿਆਹ ਕਰਾ ਸਕਦੀ, ਸੋਚਣਾ ਛੱਡ ਦਿਓ ਮੇਰੇ ਬਾਰੇ। ਮੈਂ ਸਿਰਫ ਉਸ ਵਿਅਕਤੀ ਨੂੰ ਆਪਣਾ ਜੀਵਨ ਸਾਥੀ ਚੁਣ ਸਕਦੀ ਹਾਂ ਜੋ ਆਪਣੇ ਹੱਥੀਂ ਕੰਮ ਕਰਨ ਦਾ ਕੋਈ ਹੁਨਰ ਜਾਣਦਾ ਹੋਵੇ। ਕਹਿੰਦੀ ਮੈਂ ਤਾਂ ਸਿਰਫ ਉਸ ਵਿਅਕਤੀ ਨਾਲ ਹੀ ਵਿਆਹ ਕਰਵਾਵਾਂਗੀ ਜਿਹਨੂੰ ਹੱਥਾਂ ਨਾਲ ਕੋਈ ਨਾ ਕੋਈ ਕੰਮ ਕਰਨਾ ਆਉਂਦਾ ਹੋਏਗਾ, ਅਜਿਹਾ ਕੌਸ਼ਲ ਜਾਣਦਾ ਹੋਏਗਾ, ਕੋਈ ਕਾਰਜ ਉਹਨੇ ਸਿੱਖਿਆ ਹੋਏਗਾ। ਰਾਜਕੁਮਾਰੀ ਦੀ ਗੱਲ ਸੁਣ ਕੇ ਰਾਜਕੁਮਾਰ ਸੋਚਾਂ ਵਿੱਚ ਪੈ ਗਿਆ। ਰਾਜਕੁਮਾਰੀ ਬਹੁਤ ਸੋਹਣੀ ਸੀ ਤੇ ਉਹ ਉਸ ਨਾਲ ਵਿਆਹ ਕਰਾਉਣ ਦਾ ਇੱਛੁਕ ਵੀ ਸੀ। ਇੱਛੁਕ ਭਾਵ ਚਾਹਵਾਨ ਸੀ, ਚਾਹੁੰਦਾ ਸੀ। ਵਿਆਹ ਦੀ ਸ਼ਰਤ ਵੀ ਕੋਈ ਜ਼ਿਆਦਾ ਔਖੀ ਤੇ ਨਹੀਂ ਸੀ, ਪਰ ਸੀ ਬੜੀ ਅਨੋਖੀ। ਥੋੜੀ ਜਿਹੀ ਮਿਹਨਤ ਨਾਲ ਇਹ ਸ਼ਰਤ ਪੂਰੀ ਕੀਤੀ ਜਾ ਸਕਦੀ ਸੀ। ਸੋ ਰਾਜਕੁਮਾਰ ਨੇ ਕੋਈ ਹੁਨਰ ਸਿੱਖਣ ਦਾ ਫੈਸਲਾ ਕੀਤਾ, ਪਰ ਇਸ ਤੋਂ ਅਗਲੀ ਸਮੱਸਿਆ ਕਿ ਕਿਹੜਾ ਹੁਨਰ ਸਿੱਖਿਆ ਜਾਵੇ ਜ਼ਿਆਦਾ ਔਖੀ ਸੀ। ਰਾਜਕੁਮਾਰ ਨੇ ਕਈ ਕਾਰੀਗਰਾਂ ਤੇ ਦਸਤਕਾਰਾਂ ਨਾਲ ਸਲਾਹ ਕੀਤੀ। ਦਸਤਕਾਰ ਹੁੰਦੇ ਨੇ ਜਿਹੜੇ ਹੱਥਾਂ ਨਾਲ ਕੰਮ ਕਰਦੇ ਨੇ, ਉਹ ਆਰਟਿਸਟ, ਕਾਰੀਗਰ ਜਿਹੜੇ ਹੱਥਾਂ ਨਾਲ ਕੰਮ ਕਰਨਾ ਜਾਣਦੇ ਨੇ। ਉਸ ਨੂੰ ਬਰਤਨ ਬਣਾਉਣਾ ਚੰਗਾ ਲੱਗਦਾ ਸੀ, ਪਰੰਤੂ ਉਸ ਨੂੰ ਮਿੱਟੀ ਨਾਲ ਕੰਮ ਕਰਨਾ ਚੰਗਾ ਨਾ ਲੱਗਿਆ। ਲੱਕੜੀ ਦਾ ਕੰਮ ਸਰੀਰਕ ਮਿਹਨਤ ਦਾ ਕੰਮ ਸੀ। ਕੱਪੜੇ ਬੁਣਨ ਵਾਸਤੇ ਬਹੁਤ ਸਾਰਾ ਸਮਾਨ ਚਾਹੀਦਾ ਸੀ। ਪੱਥਰ ਉੱਪਰ ਕੰਮ ਕਰਨ ਦਾ ਮਤਲਬ ਸੀ ਹਰ ਵੇਲੇ ਦੀ ਠੱਕ ਠੱਕ। ਉਹ ਕੁਝ ਅਜਿਹਾ ਹੁਨਰ ਸਿੱਖਣਾ ਚਾਹੁੰਦਾ ਸੀ ਜਿਸ ਨੂੰ ਉਹ ਚੁੱਪਚਾਪ ਆਪਣੇ ਮਹੱਲ ਵਿੱਚ ਹੀ ਕਰ ਸਕੇ। ਕਹਿੰਦੇ ਸੋਚਾਂ ਵਿੱਚ ਪੈ ਗਿਆ, ਕਿਉਂਕਿ ਚਾਹੁੰਦਾ ਸੀ ਕਿ ਇਸ ਰਾਜਕੁਮਾਰੀ ਨਾਲ ਉਹਦਾ ਵਿਆਹ ਹੋਵੇ। ਸ਼ਰਤ ਜ਼ਿਆਦਾ ਔਖੀ ਨਹੀਂ ਸੀ, ਕੋਈ ਮੁਸ਼ਕਲ ਕੰਮ ਨਹੀਂ ਸੀ ਜਿਹੜੀ ਸ਼ਰਤ ਉਹਨੇ ਰੱਖੀ ਸੀ, ਪਰ ਅਜੀਬੋ ਗਰੀਬ ਸੀ। ਹਾਂ, ਪਰ ਕਹਿੰਦਾ ਥੋੜੀ ਜਿਹੀ ਜੇ ਉਹ ਮਿਹਨਤ ਕਰਦਾ ਤੇ ਇਹ ਸ਼ਰਤ ਪੂਰੀ ਕਰ ਸਕਦਾ ਹੈ, ਉਹ ਇਹ ਸੋਚ ਰਿਹਾ ਸੀ। ਸੋ ਉਹਨੇ ਫਿਰ ਫੈਸਲਾ ਕੀਤਾ ਵੀ ਮੈਂ ਹੁਨਰ ਸਿੱਖਾਂਗਾ, ਪਰ ਕਿਹੜਾ ਸਿੱਖਾਂ ਇਹ ਸਮਝ ਨਾ ਆਵੇ ਉਹਨੂੰ। ਸੋ ਕਈ ਉਹਨੇ ਕਾਰੀਗਰ ਸੱਦੇ, ਵੱਡੇ ਵੱਡੇ ਕੰਮ ਕਰਨ ਵਾਲੇ ਮਿਸਤਰੀ ਆਦਿ ਸੱਦੇ ਜਿਹੜੇ ਕੰਮ ਕਰਦੇ ਸਨ ਹੱਥਾਂ ਨਾਲ। ਸੋ ਬਰਤਨ ਬਣਾਉਣਾ ਉਹਨੂੰ ਚੰਗਾ ਲੱਗਿਆ ਵੀ ਬਰਤਨ ਸੋਹਣੇ ਲੱਗੇ ਵੇਖ ਕੇ, ਪਰ ਮਿੱਟੀ ਨਾਲ ਹੱਥ ਲਬੇੜਨੇ ਉਹਨੂੰ ਚੰਗੇ ਨਾ ਲੱਗੇ। ਫਿਰ ਲੱਕੜੀ ਦਾ ਕੰਮ ਸੀ ਜਿਹੜਾ, ਉਹਦੇ ਵਿੱਚ ਬੜੀ ਮਿਹਨਤ ਆਉਂਦੀ ਸੀ, ਕਿਉਂਕਿ ਆਰੇ ਨਾਲ ਕੱਟੀ ਜਾਣੀ ਸੀ ਲੱਕੜ, ਜ਼ੋਰ ਲੱਗਣਾ ਸੀ। ਕੱਪੜਾ ਜੇ ਬੁਣਨ ਵਾਸਤੇ ਸੋਚਿਆ ਉਹਨੇ ਤਾਂ ਉਹਦੇ ਵਾਸਤੇ ਉਹਨੂੰ ਸਮਾਨ ਬਹੁਤ ਜ਼ਿਆਦਾ ਚਾਹੀਦਾ ਸੀ। ਤੇ ਹੁਣ ਜੇ ਪੱਥਰ ਨੂੰ ਤਰਾਸ਼ਣ ਦਾ ਕੰਮ ਸੋਚਦਾ ਤੇ ਉਹ ਵੀ ਹਰ ਵੇਲੇ ਠੱਕ ਠੱਕ ਦੀ ਆਵਾਜ਼ ਆਉਣੀ ਸੀ। ਤੇ ਉਹ ਚਾਹੁੰਦਾ ਸੀ ਕਿ ਕੋਈ ਅਜਿਹਾ ਕੰਮ ਸਿੱਖੇ ਜਿਹੜਾ ਉਹ ਆਪਣੇ ਮਹੱਲ ਦੇ ਵਿੱਚ ਹੀ ਕਿਸੇ ਕਮਰੇ 'ਚ ਬਹਿ ਕੇ ਚੁੱਪਚਾਪ ਕਰਦਾ ਰਹੇ, ਉਹਨੂੰ ਕੋਈ ਡਿਸਟਰਬੈਂਸ ਨਾ ਹੋਵੇ, ਉਹ ਆਪ ਵੀ ਪਰੇਸ਼ਾਨ ਨਾ ਹੋਵੇ ਤੇ ਜ਼ਿਆਦਾ ਮਿਹਨਤ ਵੀ ਨਾ ਹੁੰਦੀ ਹੋਵੇ। ਆਖਰ ਉਸ ਨੂੰ ਗਲੀਚੇ ਬਣਾਉਣ ਦਾ ਕੰਮ ਪਸੰਦ ਆ ਗਿਆ। ਇਸ ਕੰਮ ਨੂੰ ਉਹ ਆਪਣੇ ਮਹੱਲ ਦੇ ਇੱਕ ਕਮਰੇ ਵਿੱਚ ਬੈਠ ਕੇ ਹੀ ਕਰ ਸਕਦਾ ਸੀ ਤੇ ਬਣੇ ਹੋਏ ਗਲੀਚੇ ਉਸਦੇ ਕਮਰੇ ਜਾਂ ਰਾਜ ਮਹੱਲ ਵਿੱਚ ਕਿਤੇ ਵੀ ਵਿਛਾਏ ਜਾ ਸਕਦੇ ਸਨ। ਉਸਨੇ ਕਾਲੀਨ ਬੁਣਨ ਦਾ ਕੰਮ ਸਿੱਖਣ ਦਾ ਫੈਸਲਾ ਕੀਤਾ। ਕਈ ਮਹੀਨਿਆਂ ਦੀ ਮਿਹਨਤ ਨਾਲ ਰਾਜਕੁਮਾਰ ਗਲੀਚੇ ਬਣਾਉਣ ਵਿੱਚ ਮਾਹਰ ਹੋ ਗਿਆ। ਉਸਦੇ ਬਣਾਏ ਗਲੀਚਿਆਂ ਨੇ ਮਹੱਲ ਦੇ ਕਈ ਕਮਰੇ ਸਜਾ ਦਿੱਤੇ। ਪਹਿਲੀ ਵਾਰ ਰਾਜਕੁਮਾਰ ਨੂੰ ਆਪਣੇ ਕਿਸੇ ਕੰਮ ਉੱਪਰ ਇੰਨੀ ਖੁਸ਼ੀ ਹੋਈ। ਉਹਨੇ ਜੀ ਗਲੀਚੇ ਬਣਾਉਣ ਦਾ ਫੈਸਲਾ ਕਰ ਲਿਆ, ਸਿੱਖ ਵੀ ਲਿਆ ਕੰਮ, ਵਧੀਆ ਬੁਣਨ ਵੀ ਲੱਗ ਗਿਆ ਹੈ। ਕਾਲੀਨ ਗਲੀਚੇ ਨੂੰ ਹੀ ਕਹਿੰਦੇ ਨੇ। ਸੋ ਜਦੋਂ ਉਹਨੇ ਕਈ ਮਹੀਨੇ ਮਿਹਨਤ ਕੀਤੀ ਤੇ ਮਾਹਰ ਹੋ ਗਿਆ, ਨਿਪੁੰਨ ਹੋ ਗਿਆ, ਪਰਫੈਕਟ ਹੋ ਗਿਆ ਗਲੀਚੇ ਬਣਾਉਣ ਦੇ ਵਿੱਚ। ਜਿਹੜੇ ਬਣਾਏ ਉਹਨੇ ਆਪਣੇ ਮਹੱਲ ਦੇ ਬੜੇ ਕਮਰਿਆਂ ਦੇ ਵਿੱਚ ਸਜਾ ਦਿੱਤੇ, ਵਿਛਾ ਦਿੱਤੇ।
ਤੇ ਉਹਨੂੰ ਚੰਗਾ ਵੀ ਲੱਗਿਆ ਕਿ ਉਹਨੂੰ ਹੱਥਾਂ ਨਾਲ ਆਪਣੇ ਕੰਮ ਕਰਨਾ ਆ ਗਿਆ ਤੇ ਕਿੰਨੇ ਸੋਹਣੇ ਲੱਗ ਰਹੇ ਨੇ ਮਹੱਲ ਦੇ ਵਿੱਚ ਵਿਸ਼ੇ। ਉਧਰ ਰਾਜਕੁਮਾਰੀ ਨੂੰ ਜਦੋਂ ਇਸ ਬਾਰੇ ਪਤਾ ਲੱਗਾ ਤਾਂ ਉਸਨੇ ਰਾਜਕੁਮਾਰ ਨੂੰ ਵਿਆਹ ਵਾਸਤੇ ਬੁਲਾਇਆ। ਵਿਆਹ ਤੋਂ ਬਾਅਦ ਦੋਵੇਂ ਪਤੀ ਪਤਨੀ ਖੁਸ਼ੀ-ਖੁਸ਼ੀ ਰਹਿਣ ਲੱਗੇ। ਕੁਝ ਸਮੇਂ ਬਾਅਦ ਰਾਜਕੁਮਾਰ ਦੇ ਪਿਤਾ ਦੀ ਮੌਤ ਹੋ ਗਈ ਤੇ ਉਹ ਆਪਣੇ ਪਿਤਾ ਦੇ ਰਾਜ ਭਾਗ ਦਾ ਵਾਰਿਸ ਹੋਣ ਕਰਕੇ ਰਾਜਾ ਬਣ ਗਿਆ। ਕਈ ਸਾਲ ਬੀਤ ਗਏ। ਹੁਣ ਉਸ ਨੂੰ ਰਾਜਕੁਮਾਰੀ ਦੀ ਕੋਈ ਸ਼ਰਤ ਯਾਦ ਨਾ ਰਹੀ ਤੇ ਨਾ ਹੀ ਆਪਣੇ ਸਿੱਖੇ ਹੋਏ ਹੁਨਰ ਦੀ। ਰਾਜਾ ਖੁਸ਼ ਸੀ, ਰਾਣੀ ਖੁਸ਼ ਸੀ, ਸਮਾਂ ਬੀਤਦਾ ਜਾ ਰਿਹਾ ਸੀ। ਹੁਣ ਜਦੋਂ ਪਤਾ ਲੱਗ ਗਿਆ ਸੀ ਰਾਜਕੁਮਾਰੀ ਨੂੰ ਵੀ ਤੇ ਉਹਨੂੰ ਚੰਗਾ ਲੱਗਾ ਕਿ ਉਹਨੇ ਕੰਮ ਸਿੱਖ ਲਿਆ ਹੈ, ਸੋ ਵਿਆਹ ਵਾਸਤੇ ਬੁਲਾਇਆ ਹੈ, ਵਿਆਹ ਹੋ ਗਿਆ ਹੈ। ਫਿਰ ਬਹੁਤ ਖੁਸ਼ ਨੇ ਦੋਵੇਂ। ਜਦੋਂ ਰਾਜਕੁਮਾਰ ਦੇ ਪਿਤਾ ਦੀ ਮੌਤ ਹੋਈ ਹੈ ਤੇ ਰਾਜ ਭਾਗ ਦਾ ਵਾਰਿਸ ਉੱਤਰਾਧਿਕਾਰੀ ਬਣ ਗਿਆ ਹੈ ਰਾਜਕੁਮਾਰ, ਸੋ ਰਾਜਾ ਬਣ ਗਿਆ। ਹੁਣ ਰਾਜਕੁਮਾਰ ਤੋਂ ਜਦੋਂ ਵਾਰਿਸ ਨੂੰ ਗੁਰਗੱਦੀ ਮਿਲੀ, ਉਹ ਆਪਣੇ ਪਿਤਾ ਦੀ ਗੱਦੀ ਮਿਲੀ ਹੈ, ਰਾਜ ਭਾਗ ਮਿਲਿਆ ਹੈ, ਸੋ ਉਹ ਰਾਜਾ ਬਣ ਗਿਆ। ਹੁਣ ਕਾਫੀ ਸਾਲ ਬੀਤ ਗਏ ਨੇ, ਆਪਣੇ ਰਾਜ ਦੇ ਕੰਮਾਂ ਵਿੱਚ ਬਿਜ਼ੀ ਹੋ ਗਿਆ ਤੇ ਉਹਨੂੰ ਹੁਣ ਸ਼ਰਤ ਵੀ ਯਾਦ ਨਹੀਂ ਕਿ ਮੈਂ ਕੋਈ ਸ਼ਰਤ ਰੱਖੀ ਸੀਗੀ, ਰਾਜਕੁਮਾਰੀ ਦੀ ਕੋਈ ਸ਼ਰਤ ਸੀ ਮੇਰੇ ਨਾਲ, ਜਾਂ ਮੈਂ ਉਹਦਾ ਕੋਈ ਹੁਨਰ ਕਹਿਣ ਤੇ ਸਿੱਖਿਆ ਸੀ, ਇਹ ਚੀਜ਼ਾਂ ਭੁੱਲ ਗਿਆ। ਦੋਵੇਂ ਬੜੇ ਖੁਸ਼-ਖੁਸ਼ ਸਨ। ਸਮਾਂ ਲੰਘਦਾ ਜਾ ਰਿਹਾ ਸੀ। ਰਾਜੇ ਨੂੰ ਸ਼ਿਕਾਰ ਖੇਡਣ ਦਾ ਸ਼ੌਂਕ ਸੀ ਤੇ ਇਸ ਵਾਸਤੇ ਉਹ ਅਕਸਰ ਜੰਗਲ ਵਿੱਚ ਭੇਸ ਬਦਲ ਕੇ ਜਾਇਆ ਕਰਦਾ ਸੀ। ਜੰਗਲ ਬਹੁਤ ਵੱਡਾ ਹੋਣ ਕਰਕੇ ਕਈ ਰਾਜਾਂ ਵਿੱਚ ਫੈਲਿਆ ਹੋਇਆ ਸੀ। ਇੱਕ ਵਾਰ ਉਹ ਸ਼ਿਕਾਰ ਖੇਡਦਾ ਆਪਣੇ ਰਾਜ ਦੇ ਇਲਾਕੇ ਤੋਂ ਦੂਰ ਚਲਾ ਗਿਆ। ਸ਼ਿਕਾਰ ਕਰਨ ਲਈ ਉਹ ਜਿਸ ਹਿਰਨ ਦਾ ਪਿੱਛਾ ਕਰ ਰਿਹਾ ਸੀ ਉਹ ਬਹੁਤ ਤੇਜ਼ ਚੁੰਗੀਆਂ ਭਰਦਾ ਜਾ ਰਿਹਾ ਸੀ। ਚੁੰਗੀਆਂ ਭਰਨਾ, ਜਦੋਂ ਹਿਰਨ ਜ਼ੋਰ ਦੀ ਛਾਲ ਮਾਰ ਕੇ, ਉੱਚੀ ਛਾਲ ਮਾਰ ਕੇ ਦੌੜਦਾ ਹੈ, ਉਹਨੂੰ ਚੁੰਗੀਆਂ ਭਰਨਾ ਕਹਿ ਦਿੰਦੇ। ਰਾਜੇ ਨੂੰ ਪਤਾ ਹੀ ਨਹੀਂ ਲੱਗਾ ਕਿ ਕਦੋਂ ਉਹ ਹਿਰਨ ਦਾ ਪਿੱਛਾ ਕਰਦਾ ਆਪਣੇ ਰਾਜ ਦੀ ਹੱਦ ਪਾਰ ਕਰਕੇ ਗੁਆਂਢੀ ਰਾਜ ਵਿੱਚ ਦਾਖਲ ਹੋ ਗਿਆ। ਸ਼ਿਕਾਰ ਖੇਡਣ ਦਾ ਬਹੁਤ ਸ਼ੌਂਕ ਸੀ, ਸੋ ਭੇਸ ਬਦਲ ਲੈਂਦਾ ਸੀ, ਪਹਿਰਾਵਾ ਹੋਰ ਪਾ ਲੈਂਦਾ ਸੀ, ਆਪਣਾ ਪਹਿਰਾਵਾ ਹੋਰ ਬਣਾ ਲੈਂਦਾ ਸੀ। ਰਾਜਿਆਂ ਵਾਲੇ ਕੱਪੜੇ ਉਤਾਰ ਕੇ ਆਮ ਸਾਦੇ ਕੱਪੜੇ ਪਹਿਨ ਕੇ ਉਹ ਜੰਗਲ ਵਿੱਚ ਜਾਇਆ ਕਰਦਾ ਸੀ। ਸੋ ਜੰਗਲ ਜਿਹੜਾ ਹੈ ਬਹੁਤ ਵੱਡਾ ਸੀ ਤੇ ਕਈ ਰਾਜਾਂ ਦੇ ਵਿੱਚੋਂ ਆਉਂਦਾ ਸੀ। ਕੋਈ ਹਿੱਸਾ ਉਹਦਾ ਕਿਸੇ ਰਾਜ ਵਿੱਚ ਸੀ, ਕੋਈ ਕਿਸੇ 'ਚ। ਸੋ ਉੱਥੇ ਜਦੋਂ ਇੱਕ ਵਾਰੀ ਉਹ ਸ਼ਿਕਾਰ ਖੇਡਦਾ ਆਪਣੇ ਰਾਜ ਦੇ ਇਲਾਕੇ ਤੋਂ ਦੂਰ ਚਲਾ ਗਿਆ ਤੇ ਜਿਹੜੇ ਹਿਰਨ ਦਾ ਪਿੱਛਾ ਕਰ ਰਿਹਾ ਸੀ ਉਹ ਬਹੁਤ ਤੇਜ਼ ਅੱਗੇ ਜਾ ਰਿਹਾ ਸੀ। ਉਸ ਹਿਰਨ ਨੂੰ ਸ਼ਿਕਾਰ ਬਣਾਉਣ ਲਈ ਰਾਜਾ ਉਹਦਾ ਪਿੱਛਾ ਕਰਦਾ ਉਹਨੂੰ ਪਤਾ ਹੀ ਨਹੀਂ ਲੱਗਾ ਕਿ ਉਹ ਕਦੋਂ ਆਪਣੇ ਰਾਜ ਦੀ ਹੱਦ ਨੂੰ ਪਾਰ ਕਰ ਗਿਆ ਤੇ ਦੂਜੇ ਰਾਜ ਵਿੱਚ ਜਾ ਕੇ ਦਾਖਲ ਹੋ ਗਿਆ। ਹੁਣ ਇਸ ਤੋਂ ਬਾਅਦ ਕੀ ਹੁੰਦਾ ਹੈ ਆਪਾਂ ਕੱਲ੍ਹ ਪੜਾਂਗੇ। ਧੰਨਵਾਦ।